ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਸਿੱਖੇ ਹੋਏ ਸਬਕ ਸਾਡੀਆਂ ਸਮੱਸਿਆਵਾਂ ਸੁਲਝਾਉਣ ਲਈ ਹੀ ਨਹੀਂ ਹੁੰਦੇ, ਨਵੀਆਂ ਸੰਭਾਵਨਾਵਾਂ ਉਪਜਾਉਣ ਲਈ ਵੀ ਹੁੰਦੇ ਹਨ। ਇਹ ਅਤੀਤ ਦੀਆਂ ਗਲਤੀਆਂ ਸਮਝਣ ਸੁਧਾਰਨ ਲਈ ਹੀ ਨਹੀਂ ਹੁੰਦੇ, ਇਹ ਭਵਿੱਖ ਦੀਆਂ ਆਸਾਂ ਉਮੀਦਾਂ ਜਗਾਉਣ ਲਈ ਵੀ ਹੁੰਦੇ ਹਨ। ਜਿਹੜੇ ਸ਼ਰਾਬੀ ਪਤੀ ਪਤਨੀਆਂ ਨੂੰ ਕੁੱਟਦੇ ਹਨ, ਉਹਨਾਂ ਦੇ ਛੋਟੇ ਬੱਚੇ ਡਰ ਕਾਰਨ ਬੋਲਦੇ ਨਹੀਂ, ਸਕੂਲ ਵਿੱਚ ਪ੍ਰਸ਼ਨ ਨਹੀਂ ਪੁੱਛਦੇ, ਮੂੰਹ ਨਹੀਂ ਖੋਲ੍ਹਦੇ, ਪਿਤਾ ਦੇ ਆਉਣ ਤੋਂ ਪਹਿਲਾਂ ਸੌਂ ਜਾਂਦੇ ਹਨ, ਉਸ ਦੇ ਜਾਗਣ ਤੋਂ ਪਹਿਲਾਂ ਚਲੇ ਜਾਣਾ ਚਾਹੁੰਦੇ ਹਨ। ਉਹਨਾਂ ਦੀ ਯੋਗਤਾ ਅਤੇ ਸਿਆਣਪ ਸਹਿਮ ਕਾਰਨ ਜਾਗਦੀ ਹੀ ਨਹੀਂ। ਅੱਜ ਤੋਂ 3-4 ਦਹਾਕੇ ਪਹਿਲਾਂ ਅਮਰੀਕਾ ਦੇ ਵਪਾਰਕ ਕੇਂਦਰ ਨਿਊਯਾਰਕ ਵਿੱਚ ਸ਼ਾਮ ਪੈਂਦਿਆਂ ਹੀ ਬਦਮਾਸ਼ਾਂ ਦਾ ਰਾਜ ਆਰੰਭ ਹੋ ਜਾਂਦਾ ਸੀ। ਗੰਦੀਆਂ ਬਸਤੀਆਂ ਦੇ ਵਸਨੀਕ ਕਾਲੇ ਲੋਕ ਰਾਹਗੀਰਾਂ ਨੂੰ ਲੁੱਟ ਲੈਂਦੇ ਸਨ। ਉਹਨਾਂ ਦੇ ਲੁੱਟੇ ਪੈਸਿਆਂ ਨੂੰ ਲੁੱਟਣ ਵਾਲਿਆਂ ਦੀ ਚਮੜੀ ਦੇ ਰੰਗ ਨਾਲ ਜੋੜ ਕੇ ਬਲੈਕ ਮਨੀ ਕਿਹਾ ਜਾਂਦਾ ਸੀ। ਜਿੱਥੇ ਲੁੱਟਿਆ ਹੋਇਆ ਮਾਲ ਵੇਚਿਆ ਖਰੀਦਿਆ ਜਾਂਦਾ ਸੀ, ਉਸ ਨੂੰ ਬਲੈਕ ਮਾਰਕੀਟ ਕਿਹਾ ਜਾਂਦਾ ਸੀ। ਲੁਟੇਰਿਆਂ ਦਾ ਮੁਕੰਮਲ ਰਾਜ ਪ੍ਰਬੰਧ ਸੀ। ਆਮਦਨ ਅਤੇ ਜੁਰਮਾਨੇ ਦੀ ਵਿਵਸਥਾ ਸੀ। ਮਾਰੇ ਗਏ ਮੈਂਬਰਾਂ ਦੇ ਪਰਿਵਾਰਾਂ ਨੂੰ ਮਦਦ ਦਿੱਤੀ ਜਾਂਦੀ ਸੀ। ਇੱਕ ਮੇਅਰ ਆਇਆ, ਉਸਨੇ ਸਿਲਸਿਲੇਵਾਰ ਢੰਗ ਨਾਲ ਇਹਨਾਂ ਬਦਮਾਸ਼ਾਂ ਨੂੰ ਫੜਨ ਦੀ ਮੁਹਿੰਮ ਚਲਾਈ ਅਤੇ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਨਾਲ ਇਤਨੀ ਸਖਤੀ ਕੀਤੀ ਕਿ ਉਹ ਅਪਰਾਧ ਦੀ ਦੁਨੀਆ ਹੀ ਤਿਆਗ ਗਏ। ਉਸਨੇ ਪੁਲਿਸ ਨੂੰ ਅਧਿਕਾਰ ਦਿੱਤੇ। ਪੁਲਿਸ ਦਾ ਹੱਥ ਉੱਚਾ ਹੁੰਦਿਆਂ ਹੀ ਬਦਮਾਸ਼ਾਂ ਦਾ ਦੌਰ ਮੁੱਕ ਗਿਆ। 70 ਸਾਲ ਦੇ ਹੈਡਮਾਸਟਰ ਪਤੀ ਦੀ ਪਤਨੀ ਦੀ ਮੌਤ ਹੋ ਗਈ। ਪਤਨੀ ਦੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ। ਸਹੇਲੀ 30 ਸਾਲ ਤੋਂ ਉਹਨਾਂ ਦੇ ਘਰ ਵਿੱਚ ਕੰਮ ਕਰਦੀ ਸੀ, ਜਿਹੜੀ ਹੁਣ 60 ਸਾਲ ਦੀ ਸੀ। ਹੈਡਮਾਸਟਰ ਸਾਹਿਬ ਉਸ ਨੂੰ ਹਟਾ ਕੇ ਉਸ ਵਾਸਤੇ ਮੁਸ਼ਕਿਲ ਨਹੀਂ ਉਪਜਾਉਣੀ ਚਾਹੁੰਦੇ ਸਨ ਅਤੇ ਉਸ ਨੂੰ ਰੱਖਣ ਨਾਲ ਲੋਕਾਂ ਨੇ ਅਫਵਾਹਾਂ ਫੈਲਾਉਣੀਆਂ ਸਨ। ਹਟਾਉਣ ਨਾਲ ਹੈਡਮਾਸਟਰ ਸਾਹਿਬ ਵਾਸਤੇ ਆਪਣਾ ਨਿੱਤਾ ਪ੍ਰਤੀ ਦਾ ਜੀਵਨ ਵੀ ਔਖਾ ਹੋ ਜਾਣਾ ਸੀ। ਸਾਰੇ ਪੱਖਾਂ ਨੂੰ ਸੋਚ ਕੇ ਹੈਡਮਾਸਟਰ ਸਾਹਿਬ ਨੇ ਉਸ ਨਾਲ ਵਿਆਹ ਕਰਵਾ ਲਿਆ। ਇਸ ਬਾਰੇ ਹਰ ਕਿਸੇ ਦੀ ਰਾਏ ਵੱਖਰੀ ਸੀ। ਤੁਹਾਡੀ ਰਾਏ ਕੀ ਹੈ ਕਿ ਉਹਨਾਂ ਨੇ ਠੀਕ ਕੀਤਾ? ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਲੜਕੀਆਂ ਲਈ ਕਿਤਾਬ ਵੇਖਣੀ ਜੁਰਮ ਹੈ, ਗਿਣਤੀ ਸਿੱਖਣੀ ਮਨ੍ਹਾ ਹੈ, ਕਿਤਾਬ ਰੱਖਣੀ ਖੋਲ੍ਹਣੀ ਪਾਪ ਹੈ। ਇਹ ਸਭ ਕੁਝ ਇਸਲਾਮ ਵਿੱਚ ਪੱਕੇ ਹੋਣ ਅਤੇ ਚੰਗੇ ਮੁਸਲਮਾਨ ਸਾਬਤ ਹੋਣ ਲਈ ਜ਼ਰੂਰੀ ਹੈ। ਇਹ ਪਾਬੰਦੀਆਂ ਤਾਲਿਬਾਨ ਦੀਆਂ ਲਾਈਆਂ ਹੋਈਆਂ ਹਨ। ਉਂਝ ਤਾਲਿਬਾਨ ਦੇ ਅਰਥ ਹਨ ਵਿਦਿਆਰਥੀ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਫਗਾਨਿਸਤਾਨ ਸੰਸਾਰ ਦਾ ਸਭ ਤੋਂ ਪਛੜਿਆ ਹੋਇਆ ਦੇਸ਼ ਹੈ, ਕਿਉਂਕਿ ਇੱਥੇ ਲੜਕਿਆਂ ਨੂੰ ਵੀ ਕੁਰਾਨ ਤੋਂ ਇਲਾਵਾ ਕੁਝ ਵੀ ਪੜ੍ਹਨ ਦੀ ਮਨਾਹੀ ਹੈ। ਤਾਲਿਬਾਨ ਕੇਵਲ ਕੁਰਾਨ ਪੜ੍ਹਦੇ ਹਨ ਅਤੇ ਤਾਲਿਬਾਨ ਦੇ ਅਰਥ ਕੁਰਾਨ ਦੇ ਵਿਦਿਆਰਥੀ ਹੋ ਗਏ ਹਨ। ਅਫਗਾਨਿਸਤਾਨ ਵਿੱਚ ਜਦੋਂ ਲੜਕੇ ਦਾ ਜਨਮ ਹੁੰਦਾ ਹੈ ਤਾਂ ਉਸ ਕਬੀਲੇ ਦੇ ਲੋਕ ਬੰਦੂਕਾਂ ਚਲਾਉਂਦੇ ਹਨ ਅਤੇ ਹਰ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਹੋਰ ਬੰਦੂਕ ਦਾ ਜਨਮ ਹੋਇਆ ਹੈ, ਇੱਕ ਹੋਰ ਤਾਲਿਬਾਨ ਜੰਮ ਪਿਆ ਹੈ। ਪਹਿਲਾਂ ਗਿਆਨ ਕਾਲਜਾਂ ਯੂਨੀਵਰਸਿਟੀਆਂ ਵਿੱਚ ਉਪਜਾਇਆ ਅਤੇ ਦਿੱਤਾ ਜਾਂਦਾ ਸੀ। ਕੁਝ ਦਹਾਕਿਆਂ ਵਿੱਚ ਹੀ ਸੂਚਨਾ ਤਕਨਾਲੋਜੀ ਨੇ ਗਿਆਨ ਦੇ ਨਵੇਂ ਸਰੋਤ ਅਤੇ ਭੰਡਾਰ ਉਪਜਾ ਕੇ ਅਤੇ ਗਿਆਨ ਪ੍ਰਾਪਤ ਕਰਨ ਦੀਆਂ ਨਵੀਆਂ ਵਿਧੀਆਂ ਸਿਰਜ ਕੇ ਯੂਨੀਵਰਸਿਟੀਆਂ ਦਾ ਮਹੱਤਵ ਘਟਾ ਦਿੱਤਾ ਹੈ ਅਤੇ ਸਭ ਲਈ ਸਭ ਕੁਝ ਕੰਪਿਊਟਰ 'ਤੇ ਉਪਲਬਧ ਹੋ ਗਿਆ ਹੈ। ਪਰੰਪਰਾ ਕੋਰਸ ਪੜ੍ਹਾਉਣ ਵਾਲੀਆਂ ਯੂਨੀਵਰਸਿਟੀਆਂ ਦਾ ਰਿਵਾਜ ਨਹੀਂ ਰਿਹਾ। ਯੂਨੀਵਰਸਿਟੀਆਂ ਦੇ ਪ੍ਰਭਾਵ ਘਟਣ ਨਾਲ ਪ੍ਰੋਫੈਸਰਾਂ ਦਾ ਪ੍ਰਭਾਵ ਹੀ ਨਹੀਂ ਘਟਿਆ, ਉਹਨਾਂ ਵੱਲੋਂ ਪੜ੍ਹਾਈ ਜਾ ਰਹੀ ਸਮੱਗਰੀ ਵੀ ਨਿਰਾਰਥਕ ਸਾਬਤ ਹੋ ਰਹੀ ਹੈ। ਪੜ੍ਹਨ ਲਿਖਣ ਦਾ ਢੰਗ ਬਦਲਣ ਨਾਲ ਪ੍ਰੀਖਿਆ ਪ੍ਰਣਾਲੀ ਵੀ ਸਾਰਥਕ ਨਹੀਂ ਰਹੀ। ਗਿਆਨ ਇਤਨੀ ਤੇਜ਼ੀ ਨਾਲ ਦੁੱਗਣਾ ਚੌਗੁਣਾ ਹੋ ਰਿਹਾ ਹੈ ਕਿ ਪੜ੍ਹੇ ਲਿਖੇ ਵੀ ਅਨਪੜ੍ਹ ਸਿੱਧ ਹੋ ਰਹੇ ਹਨ। ਪ੍ਰਸਿੱਧ ਫਿਲਮੀ ਅਦਾਕਾਰ ਅਨੁਪਮ ਖੈਰ ਦਾ ਪਿਤਾ ਸ਼ਿਮਲੇ ਵਿੱਚ ਜੰਗਲਾਤ ਮਹਿਕਮੇ ਵਿੱਚ ਕਲਰਕ ਸੀ। ਇੱਕ ਦਿਨ ਉਹ ਅਨੁਪਮ ਖੈਰ ਨੂੰ ਇੱਕ ਚੰਗੇ ਹੋਟਲ ਵਿੱਚ ਖਾਣਾ ਖਾਣ ਲਈ ਲੈ ਗਿਆ। ਅਨੁਪਮ ਖੈਰ ਨੇ ਪਿਤਾ ਨੂੰ ਪੁੱਛਿਆ, ਕੀ ਤੁਹਾਡੀ ਤਰੱਕੀ ਹੋਈ ਹੈ ਜਾਂ ਲਾਟਰੀ ਨਿਕਲੀ ਹੈ? ਪਿਤਾ ਚੁੱਪ ਰਿਹਾ। ਖਾਣਾ ਖਾਣ ਮਗਰੋਂ ਪਿਤਾ ਨੇ ਪੁੱਤਰ ਨੂੰ ਦੱਸਿਆ, ਤੂੰ 10ਵੀਂ ਵਿੱਚੋਂ ਫੇਲ ਹੋ ਗਿਆ ਹੈ। ਮੈਨੂੰ ਮੇਰੇ ਇੱਕ ਮਿੱਤਰ ਨੇ ਤੇਰੇ ਨਤੀਜੇ ਬਾਰੇ ਦੱਸਿਆ ਹੈ। ਮੈਂ ਤੈਨੂੰ ਇਸ ਲਈ ਇੱਥੇ ਲੈ ਕੇ ਆਇਆ ਹਾਂ ਕਿ ਤੈਨੂੰ ਦੱਸ ਸਕਾਂ ਕਿ ਅਸਫਲਤਾ ਤੋਂ ਘਬਰਾਉਣਾ ਨਹੀਂ, ਹੋਰ ਮਿਹਨਤ ਕਰਨੀ ਹੈ। ਪਿਤਾ ਦੀ ਗੱਲ ਮੰਨ ਕੇ ਅਨੁਪਮ ਖੈਰ ਨੇ ਭਰਪੂਰ ਮਿਹਨਤ ਕੀਤੀ
ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ। ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਮੁੰਡੇ ਫੇਲ ਹੋਣ 'ਤੇ ਘਰੋਂ ਦੌੜ ਜਾਂਦੇ ਸਨ। ਇੱਕ ਲੜਕੀ ਦਾ ਜਦੋਂ ਵਿਆਹ ਹੋਇਆ ਤਾਂ ਉਸਨੇ ਮਹਿਸੂਸ ਕੀਤਾ ਕਿ ਪਤੀ ਹਰੇਕ ਕਾਰਜ ਨੇਮ ਅਨੁਸਾਰ ਕੀਤਾ ਜਾਣਾ ਪਸੰਦ ਕਰਦਾ ਸੀ। ਪਤੀ ਨੇ ਲਿਖ ਕੇ 30 ਨਿਯਮਾਂ ਦੀ ਸੂਚੀ ਪਤਨੀ ਨੂੰ ਦਿੱਤੀ, ਜਿਸ ਵਿੱਚ ਸਵੇਰੇ ਉੱਠਣ, ਨਾਸ਼ਤਾ ਤਿਆਰ ਕਰਨ, ਆਪ ਤਿਆਰ ਹੋਣ, ਸਫਾਈ ਰੱਖਣ ਆਦਿ ਲਈ ਹਦਾਇਤਾਂ ਸਨ, ਜਿਨ੍ਹਾਂ ਨੂੰ ਪੂਰਾ ਕਰਦਿਆਂ ਉਹ ਥੱਕ ਜਾਂਦੀ ਸੀ। ਕੋਈ ਘਾਟ ਰਹਿ ਜਾਣ ਦੀ ਆਲੋਚਨਾ ਹੁੰਦੀ ਸੀ। ਵਿਆਹ ਤੋਂ ਲਗਭਗ 10 ਸਾਲ ਮਗਰੋਂ ਪਤੀ ਦੀ ਹਾਦਸੇ ਵਿੱਚ ਮੌਤ ਹੋ ਗਈ। ਪਤਨੀ ਦੇ ਜੀਵਨ ਵਿੱਚ ਇੱਕ ਹੋਰ ਵਿਅਕਤੀ ਆਇਆ, ਜਿਸ ਦਾ ਸੁਭਾਅ ਪਹਿਲੇ ਪਤੀ ਦੇ ਸੁਭਾਅ ਨਾਲੋਂ ਉਲਟ ਸੀ। ਉਹਨਾਂ ਦਾ ਵਿਆਹ ਹੋ ਗਿਆ। ਪਤੀ ਪਤਨੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਾ ਸੀ। ਪਤੀ ਪਤਨੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਾ ਸੀ, ਗਲਤੀਆਂ ਅਣਡਿੱਠ ਕਰਦਾ ਸੀ, ਪਿਆਰ ਕਰਦਾ ਸੀ, ਪਤਨੀ ਦੀਆਂ ਲੋੜਾਂ ਦਾ ਧਿਆਨ ਰੱਖਦਾ ਸੀ। ਇੱਕ ਦਿਨ ਪਤੀ ਦੀ ਗੈਰਹਾਜ਼ਰੀ ਵਿੱਚ ਪਤਨੀ ਘਰ ਦੀ ਸਾਂਭ ਸੰਭਾਲ ਕਰ ਰਹੀ ਸੀ ਤਾਂ ਉਸਨੂੰ ਪਹਿਲੇ ਪਤੀ ਦੇ ਹੱਥ ਦੀ ਲਿਖੀ 30 ਨਿਯਮਾਂ ਵਾਲੀ ਸੂਚੀ ਆਪਣੇ ਕੱਪੜਿਆਂ ਦੀ ਅਲਮਾਰੀ ਵਿੱਚੋਂ ਲੱਭ ਪਈ। ਪਤਨੀ ਨੇ ਉਹ ਸੂਚੀ ਧਿਆਨ ਨਾਲ ਵੇਖੀ ਅਤੇ ਪੜ੍ਹੀ। ਉਸਨੇ ਮਹਿਸੂਸ ਕੀਤਾ ਕਿ ਉਹ ਪਾਲਣਾ ਤਾਂ ਹੁਣ ਵੀ ਉਹਨਾਂ ਨਿਯਮਾਂ ਦੀ ਹੀ ਕਰ ਰਹੀ ਸੀ, ਪਰ ਹੁਣ ਕੋਈ ਬੋਝ ਜਾਂ ਤਣਾਅ ਨਹੀਂ ਸੀ। ਗਲਤੀ ਹੋ ਜਾਣ ਦਾ ਡਰ ਨਹੀਂ ਸੀ, ਕਿਉਂਕਿ ਦੂਜਾ ਪਤੀ ਪਿਆਰ ਕਰਦਾ ਸੀ, ਜਿਸ ਕਾਰਨ ਪਤਨੀ ਨੂੰ ਪਤੀ ਦਾ ਧਿਆਨ ਰੱਖਣ ਵਿੱਚੋਂ ਆਨੰਦ ਮਿਲਦਾ ਸੀ। ਪਤੀ ਵੱਲੋਂ ਪਤਨੀ ਦਾ ਧਿਆਨ ਰੱਖਣ ਨਾਲ ਪਤਨੀ ਪ੍ਰਸੰਨ ਅਤੇ ਸੁਰੱਖਿਅਤ ਮਹਿਸੂਸ ਕਰਦੀ ਸੀ। ਭਾਰਤ ਵਿੱਚ ਖੋਜੀ ਬਿਰਤੀ ਇਸ ਭਰਮ ਕਾਰਨ ਨਹੀਂ ਉਪਜੀ ਕਿਉਂਕਿ ਅਸੀਂ ਕਹਿੰਦੇ ਰਹੇ ਹਾਂ ਅਤੇ ਸਾਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਧਰਮ ਨੇ ਸਭ ਜਾਣ ਲਿਆ ਹੈ। ਵੇਦ ਸੰਪੂਰਨ ਹਨ, ਗ੍ਰੰਥ ਸਦੀਵੀ ਹਨ, ਇਹਨਾਂ ਤੋਂ ਬਾਹਰ ਕੁਝ ਨਹੀਂ। ਇਹਨਾਂ ਕਾਰਨਾਂ ਕਰਕੇ ਸਾਡੇ ਦੇਸ਼ ਵਿੱਚ ਖੋਜੀ ਨਹੀਂ ਉਪਜੇ, ਸ਼ਰਧਾਲੂ ਹੀ ਪੈਦਾ ਹੋਏ ਹਨ। ਨਵੀਆਂ ਸਮੱਸਿਆਵਾਂ ਅਤੇ ਨਵੇਂ ਪ੍ਰਸ਼ਨਾਂ ਦੇ ਨਵੇਂ ਉੱਤਰ ਲੱਭਣ ਦੀ ਥਾਂ ਅਸੀਂ ਸਭ ਕੁਝ ਪੁਰਾਤਨ ਗ੍ਰੰਥਾਂ ਵਿੱਚੋਂ ਲੱਭਦੇ ਰਹੇ। ਪੂਜਾ ਕਰਨ ਨਾਲ ਅਮੀਰ ਹੋਣ ਅਤੇ ਜੱਗ ਕਰਨ ਨਾਲ ਮੀਂਹ ਪਾਉਣ ਦਾ ਯਤਨ ਕਰਦੇ ਰਹੇ। ਇਹਨਾਂ ਕਾਰਨਾਂ ਕਰਕੇ ਸਾਡੀ ਜਿਗਿਆਸਾ ਸ਼ਾਂਤ ਹੋਣ ਦੀ ਥਾਂ ਖੁੰਡੀ ਹੁੰਦੀ ਗਈ ਅਤੇ ਅਸੀਂ ਸੋਚਣਾ ਹੀ ਭੁੱਲ ਗਏ। ਕੋਈ ਪੁਸਤਕ ਉਦੋਂ ਤੱਕ ਹੀ ਲੇਖਕ ਦੀ ਹੁੰਦੀ ਹੈ ਜਦੋਂ ਤੱਕ ਉਹ ਛਪਦੀ ਨਹੀਂ। ਛਪ ਕੇ ਪੁਸਤਕ ਪਾਠਕ ਦੀ ਹੋ ਜਾਂਦੀ ਹੈ। ਇਹ ਹਰੇਕ ਲਈ ਨਿਸ਼ਾਨਾ ਬਣ ਜਾਂਦੀ ਹੈ। ਪਾਠਕ ਜਿੱਧਰੋਂ ਜਦੋਂ ਚਾਹੇ ਵੇਖ ਪਰਖ ਸਕਦਾ ਹੈ, ਟਿੱਪਣੀ ਕਰ ਸਕਦਾ ਹੈ, ਹਮਲਾ ਬੋਲ ਸਕਦਾ ਹੈ। ਜੇ ਪੁਸਤਕ ਸਥਿਰ ਰਹੇ ਤਾਂ ਉਤੇਜਿਤ ਹੋਇਆ ਪਾਠਕ ਹਿਲ ਜੁਲ ਕੇ ਸ਼ਾਂਤ ਹੋ ਜਾਂਦਾ ਹੈ। ਫਿਰ ਉਹ ਪੁਸਤਕ ਨੂੰ ਮਾਣਦਾ ਹੀ ਨਹੀਂ, ਹੋਰਾਂ ਨੂੰ ਉਸਦਾ ਤੋਹਫਾ ਵੀ ਦੇਣ ਲੱਗ ਪੈਂਦਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।